परम सन्मानियो गुरु रूप गुरु खालसा साध संगत जी, वाहिगुरु जी का खालसा वाहिगुरु जी की फतेह। श्री गुरु अमरदास जी ਨੂੰ ਤੀਰਥ ਯਾਤਰਾ ਕਰਨ ਦਾ ਬੜਾ ਉਤਸ਼ਾਹ ਤੇ ਸ਼ੌਂਕ ਸੀ। 20 ਵਾਰੀ ਨੰਗੇ ਪੈਰੀ ਚੱਲ ਕੇ ਗੰਗਾ ਦੇ ਇਸ਼ਨਾਨ ਕਰ ਚੁੱਕੇ ਸਨ। श्री गुरु अमरदास जी ਦੇ ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਵੀ ਉਹਨਾਂ ਦੇ ਮਨ ਵਿੱਚ ਤੀਰਥ ਕਰਨ ਦੀ ਭਾਵਨਾ ਉਤਪੰਨ ਹੋਈ। ਉਹਨਾਂ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਤੀਰਥ ਯਾਤਰਾ ਕਰਨ ਦਾ ਮਨ ਬਣਾਇਆ। ਬਾਬਾ ਮੋਹਣ ਜੀ, ਬਾਬਾ ਮੋਹਰੀ ਜੀ, ਭਾਈ ਜੇਠਾ ਜੀ ਹੋਰ ਸੇਵਕ ਨਾਲ ਲੈ ਕੇ ਚੱਲ ਪਏ। ਸਭ ਤੋਂ ਪਹਿਲਾਂ ਸ਼੍ਰੀ ਗੁਰੂ ਅਮਰਦਾਸ ਜੀ ਗੁਰੂ ਦਾ ਇਸ਼ਨਾਨ ਖੂਹੀਸਰ ਡੇਰਾ ਬਾਬਾ ਨਾਨਕ ਵਿੱਚ ਆਏ। ਇੱਥੋਂ ਦਰਸ਼ਨ ਕਰਕੇ ਫਿਰ ਬਾਬਾ ਸ਼੍ਰੀ ਚੰਦ ਜੀ ਦਾ ਤਪ ਸਥਾਨ ਟਾਹਲੀ ਸਾਹਿਬ ਵੇਖਿਆ ਤੇ ਫਿਰ ਬਾਰਠ ਪੁੱਜ ਕੇ ਬਾਬਾ ਸ਼੍ਰੀ ਚੰਦ ਜੀ ਦਾ ਦਰਸ਼ਨ ਕੀਤਾ। ਬਾਬਾ ਸ਼੍ਰੀ ਚੰਦ ਜੀ ਦਾ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋ ਗਏ। ਬਾਬਾ ਸ਼੍ਰੀ ਚੰਦ ਜੀ ਨੇ ਸਾਹਿਬਜ਼ਾਦਿਆਂ ਵੱਲ ਤੱਕਿਆ ਤਾਂ ਬਾਬਾ ਮੋਹਣ ਜੀ ਨਜ਼ਰਾਂ ਵਿੱਚ ਚੜ੍ਹ ਗਏ। ਬਚਨ ਕੀਤਾ ਕਿ ਇਹ ਸਾਹਿਬਜ਼ਾਦਾ ਸਾਨੂੰ ਦੇ ਦਿਓ। ਤਾਂ ਗੁਰੂ ਜੀ ਨੇ ਨਿਮਰਤਾ ਨਾਲ ਆਖਿਆ ਕਿ ਸਭ ਕੁਝ ਆਪ ਜੀ ਦਾ ਹੀ ਹੈ, ਤੁਸੀਂ ਲੈ ਲਵੋ, ਆਪ ਜੀ ਹੀ ਮਾਲਕ ਹੋ। ਇਹ ਕਹਿ ਕੇ ਮੋਹਨ ਜੀ ਨੂੰ ਬਾਬਾ ਜੀ ਦੇ ਕੋਲ ਹੀ ਰਹਿਣ ਦਿੱਤਾ। ਮੋਹਨ ਜੀ ਉੱਤੇ ਬਾਬਾ ਜੀ ਦੇ ਉਪਦੇਸ਼ਾਂ ਦਾ ਗੂੜਾ ਅਸਰ ਹੋ ਗਿਆ। ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਮੋਹਣ ਜੀ ਨੂੰ ਆਪਣਾ ਚੇਲਾ ਥਾਪ ਲਿਆ, ਜੋ ਗੋਇੰਦਵਾਲ ਜਾ ਰਹੇ ਸਨ। ਉਸ ਵੇਲੇ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀਆਂ ਸੈਂਚੀਆਂ ਮੋਹਣ ਜੀ ਦੇ ਸਪੁਰਦ ਕਰ ਦਿੱਤੀਆਂ ਤੇ ਇਹ ਵੀ ਪੱਕਾ ਕਰ ਦਿੱਤਾ ਕਿ ਸੰਭਾਲ ਕੇ ਰੱਖਣੀਆਂ, ਗਵਾਚ ਨਾ ਜਾਣ। ਗੁਰੂ ਅਮਰਦਾਸ ਜੀ 14 ਦਿਨ ਬਾਰਠ ਸਾਹਿਬ ਰਹੇ ਸਨ। ਫਿਰ ਕੁਰੂਕਸ਼ੇਤਰ ਵੱਲ ਚੱਲਣ ਦੀਆਂ ਗੁਰੂ ਅਮਰਦਾਸ ਜੀ ਨੇ ਤਿਆਰੀਆਂ ਕਰ ਲਈਆਂ। ਜਦ ਸ਼੍ਰੀ ਗੁਰੂ ਰਾਮਦਾਸ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਕੁਝ ਸਮੇਂ ਬਾਅਦ ਵਿਚਾਰ ਕੀਤੀ ਕਿ ਬਾਰਠ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਬਿਰਾਜਮਾਨ ਹਨ। ਕੁਝ ਉਹਨਾਂ ਦੇ ਨਾਲ ਅੰਮ੍ਰਿਤ ਸਰੋਵਰ ਅਤੇ ਨਗਰੀ ਦੀ ਆਰੰਭਤਾ ਵਸਾਉਣ ਦਾ ਵਿਚਾਰ ਕਰਾਂਗੇ, ਕਿਉਂਕਿ ਉਹ ਸਾਡੇ ਗੁਰੂ ਸਰੂਪ ਪੂਜਯੋਗ ਹੀ ਹਨ ਅਤੇ ਸਭ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਭਰਪੂਰ ਅਥਾਹ ਸਾਗਰ ਹਨ। ਚੱਲ ਕੇ ਦੀਦਾਰ ਕਰਦੇ ਹਾਂ ਅਤੇ ਨਾਲੇ ਕੁਝ ਵਿਚਾਰਾਂ ਵੀ ਕਰਾਂਗੇ। ਤਾਂ ਕੁਝ ਸਿਆਣੇ ਸਿੱਖ ਪ੍ਰੇਮੀਆਂ ਨੂੰ ਨਾਲ ਲਿਆ ਅਤੇ ਬਾਰਠ ਸਾਹਿਬ ਬਾਬਾ ਜੀ ਦੇ ਆ ਕੇ ਦਰਸ਼ਨ ਕੀਤੇ, ਨਮਸਕਾਰ ਕੀਤੀ। ਅੱਗੋਂ ਬਾਬਾ ਜੀ ਨੇ ਵੀ ਗੁਰੂ ਜੀ ਦਾ ਆਦਰ ਸਤਿਕਾਰ ਪੂਰਾ ਕੀਤਾ। ਫਿਰ ਇਕੱਠੇ ਬੈਠੇ ਤੇ ਬਚਨ ਬਿਲਾਸ ਚੱਲੇ। ਭਾਵੇਂ ਬਾਬਾ ਸ਼੍ਰੀ ਚੰਦ ਜੀ ਜਾਣੀ ਜਾਣ ਸਨ, ਜਾਣ ਹੀ ਗਏ ਸਨ ਕਿ ਕਿਸ ਭਾਵਨਾ ਵਾਸਤੇ ਗੁਰੂ ਰਾਮਦਾਸ ਜੀ ਆਏ ਹਨ, ਪਰ ਫਿਰ ਵੀ ਪੁੱਛਿਆ ਕਿ ਆਪ ਕਿਸ ਤਰ੍ਹਾਂ ਕਰਕੇ ਆਏ ਹੋ, ਕੀ ਕੁਝ ਭਾਵਨਾ ਹੈ? ਤਾਂ ਗੁਰੂ ਜੀ ਨੇ ਬੇਨਤੀ ਕੀਤੀ ਕਿ ਅਸੀਂ ਤੀਸਰੇ ਗੁਰੂ ਅਮਰਦਾਸ ਜੀ ਦੀ ਆਗਿਆ ਦੇ ਨਾਲ ਇੱਕ ਨਗਰ ਵਸਾ ਰਹੇ ਹਾਂ, ਜਿਸ ਦਾ ਨਾਮ ਗੁਰੂ ਕਾ ਚੱਕ ਰੱਖਿਆ ਹੈ। ਇਹ ਸੰਮਤ 1631 ਦੀ ਵਾਰਤਾ ਹੈ ਅਤੇ 1634 ਵਿੱਚ ਇੱਕ ਤਲਾਬ ਪਟਵਾਉਣ ਦੀ ਆਰੰਭਤਾ ਵੀ ਕੀਤੀ ਹੈ। ਇਸ ਨਗਰ ਦਾ ਪਿੱਛੋਂ ਨਾਮ ਰਾਮਦਾਸਪੁਰਾ ਵੀ ਪ੍ਰਸਿੱਧ ਹੋਇਆ ਸੀ। ਇੱਕ ਵਾਰ ਸੰਮਤ 1606 ਬਿਕਰਮੀ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਨੇ ਸੰਗਤਾਂ ਦੇ ਨਾਲ ਫਿਰਦੇ ਫਿਰਾਂਦੇ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੋਂ ਇੱਥੇ ਦੀ ਉਪਮਾ ਸੁਣ ਕੇ ਇੱਥੇ ਆਏ ਔਰ ਇਸ ਕੱਚੇ ਤਲਾਅ, ਜੋ ਕਿ ਪਹਿਲੇ ਇੱਕ ਢਾਬ ਜਾਂ ਛਪੜੀ ਦੇ ਰੂਪ ਵਿੱਚ ਹੀ ਸੀ, ਇੱਥੇ ਬੈਠ ਕੇ ਸੰਗਤਾਂ ਨੂੰ ਸੱਚ ਦੇ ਮਾਰਗ ਦਾ ਉਪਦੇਸ਼ ਕਰ ਰਹੇ ਸਨ। ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਅੰਗੂਠੇ ਤੇ ਜੋ ਸਦਾ ਦਰਦ ਰਹਿੰਦਾ ਸੀ, ਇਸ ਦਰਦ ਦੇ ਦੂਰ ਕਰਨ ਵਾਸਤੇ ਇੱਕ ਜੜੀ ਬੂਟੀ ਪ੍ਰਾਪਤ ਹੋਈ। ਉਸ ਬੂਟੀ ਦਾ ਨਾਮ ਅੰਮ੍ਰਿਤੀ ਸੀ, ਜਿਸ ਦੇ ਵਰਤਨ ਨਾਲ ਆਰਾਮ ਹੋ ਗਿਆ ਸੀ। ਇਸ ਕਰਕੇ ਵੀ ਇਸ ਨਗਰੀ ਦਾ ਨਾਮ ਅੰਮ੍ਰਿਤਸਰ ਪ੍ਰਸਿੱਧ ਹੋਇਆ। ਸ਼੍ਰੀ ਗੁਰੂ ਰਾਮਦਾਸ ਜੀ ਨੇ ਇਹ ਵਾਰਤਾ ਸੁਣ ਕੇ ਵਿਸ਼ਵਾਸ ਕੀਤਾ। ਇਸ ਵਾਸਤੇ ਆਪ ਇੱਥੇ ਇੱਕ ਕਸਬਾ ਵਸਾਉਣ ਦੇ ਆਹਰ ਵਿੱਚ ਲੱਗੇ ਹੋਏ ਸਨ।
इस वक्त गुरु रामदास जी सोढ़ी का घर लाहौर शहर महल्ला सोढ़ियां विच सी, जो जालम काजियां ने अपने कब्जे विच कर लिया होया सी, ते पिंड गोविंदवाल विच तिन्नां सपुत्रां ते बीबी भानी जी दे रहण वास्ते थां थोड़ी वेख के नाले कुछ रौनक भी घट जाण के इत्थे एक नवां कस्बा वसाउण दी तजवीज़ सोची। अंत जट्टां तो जमीन खरीद के हाड़वदी एकादशी संमत 1619 विक्रमी नूं रामदासपुरे दी नींह रख दित्ती अते उस तलाब का नाम ਅੰਮ੍ਰਿਤਸਰ रख दिता सी। श्री गुरु रामदास जी ने बाबा श्री चंद जी नूं सारी वार्ता सुना दी। सुन के बाबा जी बहुत प्रसन्न होए। बाबा जी ने उन्हां दी निमरता की परीक्षा लैण वास्ते कहा कि यह तां तुसां जो कीता है सो ठीक ही कीता है, पर तुसां ने इन्ना वड्डा दाड़ा क्यों वधाया है? तां गुरु जी ने बहुत निमरता नाल कहा कि आप जी जैसे महान पुरुषों के चरण झाड़न वास्ते वधाया है। इन्ना कह के अपने दाड़े नाल बाबा जी के चरण साफ करने शुरू कर दिते। तां बाबा जी इन्नी निमरता वेख के बहुत प्रसन्न होए अते बहुत सारे वरदान भी दिते अते आख्या कि जो तुसां ने नवे कस्बे का नाम गुरु का चक जां रामदासपुरा रखा है, तुसी इको ही श्री ਅੰਮ੍ਰਿਤਸਰ ही नाम रख दिओ तां यह अमृत का सागर ही हो जाएगा। तां बाबा जी ने सरोवर संबंधी ये भी वर दिता, तुमरी महिमा अधिक है कहो काहे बढ़ाए, तुमरे सर मैं जो मुझे पापी भी गत पाहे। ਅੰਮ੍ਰਿਤਸਰ ਦੇ ਸਰੋਵਰ ਵਿੱਚ ਜਿਹੜਾ ਜਲ ਆਉਂਦਾ ਹੈ ਉਹ ਹੰਸਲੀ ਦੇ ਰਾਹੀਂ ਪੈਂਦਾ ਹੈ, ਜੋ ਨਿਰਵਾਣ ਪ੍ਰੀਤਮ ਦਾਸ ਜੀ ਅਤੇ ਨਿਰਵਾਣ ਬਾਬਾ ਸੰਤੋਖ ਦਾਸ ਜੀ ਦੇ ਰਾਹੀਂ ਸੰਮਤ 1838 ਵਿੱਚ ਪਿੰਡੋ ਪਿੰਡ ਦੁਆਰਾ ਰਾਵੀ ਤੋਂ ਲਿਆਂਦਾ ਸੀ ਅਤੇ ਜੋ ਹੁਣ ਸੰਮਤ 1923 ਤੋਂ ਬਾਹਰੀ ਦੁਆਬ ਵਾਲੀ ਨਹਿਰ ਵਿੱਚੋਂ ਲੈ ਕੇ ਉਸੇ ਹੰਸਲੀ ਦੇ ਰਾਹੀਂ ਪਾਣੀ ਤਲਾਬ ਵਿੱਚ ਪਾਇਆ ਜਾਂਦਾ ਹੈ। ਨਿਰਵਾਣ ਪ੍ਰੀਤਮ ਦਾਸ ਜੀ ਅਤੇ ਨਿਰਵਾਣ ਸੰਤੋਖ ਦਾਸ ਜੀ ਕਰਨੀ ਦੇ ਪੂਰੇ ਮਹਾਪੁਰਸ਼ ਹੋਏ ਹਨ। ਸ਼੍ਰੀ ਗੁਰੂ ਰਾਮਦਾਸ ਜੀ ਨੇ ਆਪਣਾ ਅੰਤ ਸਮਾਂ ਨੇੜੇ ਵੇਖ ਕੇ ਆਪਣੇ ਛੋਟੇ ਸਾਹਿਬਜ਼ਾਦੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਤੇ ਸਥਾਪਨ ਕਰ ਦਿੱਤਾ, ਪਰ ਵੱਡੇ ਸਾਹਿਬਜ਼ਾਦੇ ਪ੍ਰਿਥੀ ਚੰਦ ਨੇ ਬਹੁਤ ਵਿਰੋਧ ਕੀਤਾ, ਜਿਸ ਕਰਕੇ ਗੁਰੂ ਜੀ ਨੂੰ ਅੰਮ੍ਰਿਤਸਰ ਛੱਡ ਕੇ ਸ਼੍ਰੀ ਗੋਇੰਦਵਾਲ ਜਾ ਕੇ ਰਹਿਣਾ ਪਿਆ। ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਗੁਰੂ ਜੀ ਕਾਫੀ ਸਮਾਂ ਗੋਇੰਦਵਾਲ ਸਾਹਿਬ ਵਿੱਚ ਹੀ ਰਹੇ। ਆਖਿਰ ਜਦ ਅੰਮ੍ਰਿਤਸਰ ਆਏ ਤਾਂ ਮਨ ਵਿੱਚ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨਾਂ ਦੀ ਚਾਹਨਾ ਹੋ ਗਈ ਅਤੇ ਨਾਲੇ ਕੁਝ ਬਾਣੀ ਦਾ ਵੀ ਉਚਾਰਨ ਕਰ ਰਹੇ ਸਨ। ਤਾਂ ਇੱਕ ਦਿਨ ਬਾਬਾ ਜੀ ਦੇ ਪਾਸ ਬਾਰਠ ਸਾਹਿਬ ਆਣ ਪਹੁੰਚੇ। ਬਾਬਾ ਜੀ ਦੇ ਚਰਨ ਕਮਲਾਂ ਤੇ ਨਮਸਕਾਰ ਕੀਤੀ, ਬਹੁਤ ਪ੍ਰਸੰਨ ਹੋਏ। ਤਾਂ ਬਾਬਾ ਜੀ ਨੇ ਵੀ ਬਹੁਤ ਹਿੱਤ ਪਿਆਰ ਕੀਤਾ। ਇਸ ਵਕਤ ਸ਼੍ਰੀ ਗੁਰੂ ਜੀ ਦੀ ਅਵਸਥਾ 45 ਵਰਸ ਦੀ ਸੀ ਅਤੇ ਬਾਬਾ ਜੀ ਦੀ ਅਵਸਥਾ 104 ਵਰਸ ਦੀ ਦੱਸੀ ਹੈ। ਬਾਬਾ ਜੀ ਨੇ ਬਾਠ ਸਾਹਿਬ ਆਉਣ ਦਾ ਕਾਰਨ ਪੁੱਛਿਆ ਕਿ ਆਪ ਜੀ ਦਾ ਕਿਸ ਤਰ੍ਹਾਂ ਆਉਣਾ ਹੋਇਆ ਹੈ। ਤਾਂ ਗੁਰੂ ਜੀ ਨੇ ਬੇਨਤੀ ਕੀਤੀ ਕਿ ਅਸਾਂ ਇੱਕ ਗ੍ਰੰਥ ਤਿਆਰ ਕਰਨ ਦੀ ਵਿਚਾਰ ਕੀਤੀ ਹੈ। ਇਸ ਵਾਸਤੇ ਜੋ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਪ ਜੀ ਦੇ ਪਾਸ ਹੈ, ਤੁਸੀਂ ਸਾਨੂੰ ਬਖਸ਼ਿਸ਼ ਕਰ ਦਿਓ ਤਾਂ ਕਿ ਇਹ ਬਾਣੀ ਉਸ ਗ੍ਰੰਥ ਵਿੱਚ ਮੁੱਖ ਚੜ੍ਹ ਜਾਵੇ। ਅਤੇ ਦੂਸਰੀ ਸੁਖਮਨੀ ਦੇ ਨਾਮ ਦੇ ਉੱਤੇ ਅਸਾਂ ਬਾਣੀ ਰਚੀ ਹੈ, ਜਿਸ ਦੀਆਂ 16 ਅਸ਼ਟਪਦੀਆਂ ਦੀ ਰਚਨਾ ਹੋ ਚੁੱਕੀ ਹੈ, ਜੋ 16,000 ਅੱਖਰਾਂ ਵਿੱਚ ਰਚਨਾ ਹੋਈ ਹੈ। ਤਾਂ ਗੁਰੂ ਜੀ ਨੇ ਇਹ 16 ਅਸ਼ਟਪਦੀਆਂ ਬਾਬਾ ਜੀ ਨੂੰ ਸੁਣਾਈਆਂ। ਬਾਬਾ ਜੀ ਸੁਣ ਕੇ ਬਹੁਤ ਪ੍ਰਸੰਨ ਹੋਏ ਅਤੇ ਹੁਕਮ ਕੀਤਾ ਕਿ ਤੁਸੀਂ 24 ਅਸ਼ਟਪਦੀਆਂ ਪੂਰੀਆਂ ਕਰ ਦਿਓ ਤੇ ਨਾਲੇ 24,000 ਅੱਖਰ ਪੂਰਾ ਹੋ ਜਾਏ। ਆਦਮੀ ਦੇ ਸਵਾਸਾਂ ਦੀ ਗਿਣਤੀ 24,000 ਦੀ ਹੈ, ਜੋ ਕਿ 24 ਘੜੀਆਂ ਵਿੱਚ ਪੂਰੇ ਹੁੰਦੇ ਹਨ। ਤਾਂ ਗੁਰੂ ਜੀ ਨੇ ਬੇਨਤੀ ਕੀਤੀ ਕਿ ਬਾਬਾ ਜੀ ਅੱਗੇ ਬਾਣੀ ਚੱਲ ਨਹੀਂ ਰਹੀ, ਆਪ ਕਿਰਪਾ ਕਰੋ। ਆਪ ਜੀ ਦੀ ਕਿਰਪਾ ਨਾਲ ਹੀ ਚੱਲ ਸਕਦੀ ਹੈ। ਤਾਂ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਕਿ ਚੱਲੇਗੀ। ਫਿਰ ਬਾਬਾ ਜੀ ਨੇ 17ਵਾਂ ਸ਼ਲੋਕ ਮੂਲ ਮੰਤਰ ਉਚਾਰਨ ਕੀਤਾ ਤੇ ਕੇਵਲ ਬਿਹਾਰੀ ਦੀ ਥਾਂ ਸਿਹਾਰੀ ਦਾ ਫਰਕ ਦੋਵਾਂ ਥਾਵਾਂ ਤੇ ਪਾ ਦਿੱਤਾ। ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ
ਨਾਨਕ ਹੋਸੀ ਭੇ ਸੱਚ। ਤਾਂ ਅੱਗੇ ਬਾਣੀ ਆਰੰਭ ਹੋ ਗਈ। ਇਹ ਵੀ ਉਚਾਰਨ ਹੋ ਕੇ ਪੂਰੀਆਂ 24 ਸੰਪੂਰਨ ਹੋ ਗਈਆਂ। ਜਦ ਬਾਬਾ ਜੀ ਨੇ ਪੂਰੀਆਂ ਸੁਣੀਆਂ, ਜਿਸ ਵਿੱਚ 24,000 ਪੂਰਾ ਅੱਖਰ ਆਇਆ ਹੈ, ਤਾਂ ਬਾਬਾ ਜੀ ਨੇ ਵਰ ਦਿੱਤਾ ਕਿ ਜੋ ਪੜ੍ਹੇਗਾ ਅਤੇ ਸੁਣੇਗਾ ਉਸ ਦੇ 24 ਘੜੀਆਂ ਦੇ 24,000 ਸਵਾਸ ਸਫਲਾ ਹੋਣਗੇ ਅਤੇ ਅੰਤ ਮੋਖ ਦੇ ਦਵਾਰ ਨੂੰ ਪ੍ਰਾਪਤ ਹੋਏਗਾ। ਬਾਅਦ ਵਿੱਚ ਜੋ ਬਾਬਾ ਧਰਮਚੰਦ ਜੀ ਕੋਲ ਸ਼੍ਰੀ ਜਪਜੀ ਸਾਹਿਬ ਵਾਲੀ ਪੋਥੀ ਸੀ, ਗੁਰੂ ਜੀ ਨੂੰ ਦੇ ਦਿੱਤੀ ਅਤੇ ਆਖਿਆ ਕਿ ਬਾਕੀ ਮੋਹਨ ਜੀ ਦੇ ਪਾਸ ਗੋਇੰਦਵਾਲ ਸਾਹਿਬ ਹਨ, ਉਹ ਜਾ ਕੇ ਲੈ ਲਵੋ। ਜਦ ਗੁਰੂ ਜੀ ਨੇ ਤਰਨਤਾਰਨ ਸਾਹਿਬ ਦਾ ਸਰੋਵਰ ਸੰਪੂਰਨ ਕੀਤਾ, ਵਿੱਚ ਜਲ ਨਾ ਠਹਿਰਿਆ, ਇਸੇ ਤਰ੍ਹਾਂ 3 ਵਾਰੀ ਜਲ ਪਾਇਆ, ਤਿੰਨੇ ਵਾਰ ਹੀ ਜਲਦੀ ਹੀ ਤੇ ਜਾਂਦਾ ਰਿਹਾ। ਤਾਂ ਗੁਰੂ ਜੀ ਬਾਬਾ ਸ਼੍ਰੀ ਚੰਦ ਜੀ ਤੇ ਬਹੁਤ ਭਰੋਸਾ ਅਤੇ ਸ਼ਰਧਾ ਵੀ ਰੱਖਦੇ ਸਨ। ਵਿਚਾਰ ਕੇ ਬਾਬਾ ਜੀ ਦੇ ਪਾਸ ਪਹੁੰਚੇ, ਬੇਨਤੀ ਕੀਤੀ ਕਿ ਮਹਾਰਾਜ ਜੀ, ਸਰੋਵਰ ਵਿੱਚ ਜਲ ਨਹੀਂ ਠਹਿਰਦਾ। ਤਾਂ ਬਾਬਾ ਜੀ ਨੇ ਆਖਿਆ ਕਿ ਇੱਕ ਗਾਗਰ ਇਸ ਸਾਡੀ ਬੌਲੀ ਸਾਹਿਬ ਤੋਂ ਭਰ ਕੇ ਲੈ ਜਾਓ, ਸਰੋਵਰ ਵਿੱਚ ਪਾ ਦਿਓ, ਤਾਂ ਜਲ ਵੀ ਠਹਿਰ ਜਾਏਗਾ ਅਤੇ ਜੋ ਸ਼ਰਧਾ ਕਰਕੇ ਇਸ਼ਨਾਨ ਵੀ ਕਰੇਗਾ, ਉਸ ਦੇ ਦੁੱਖ ਰੋਗ ਸਭ ਦੂਰ ਹੋ ਕੇ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬੌਲੀ ਸਾਹਿਬ ਤੋਂ ਜਲ ਦੀ ਗਾਗਰ ਲਿਆ ਕੇ ਸ਼੍ਰੀ ਤਰਨਤਾਰਨ ਵਾਲੇ ਸਰੋਵਰ ਵਿੱਚ ਪਾਈ। ਜਲ ਵੀ ਠਹਿਰ ਗਿਆ ਅਤੇ ਸੰਗਤਾਂ ਦੇ ਦੁੱਖ ਰੋਗ ਦੂਰ ਹੋਣ ਲੱਗੇ ਅਤੇ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਲੱਗੀਆਂ। ਜੋ ਕੋਈ ਸ਼੍ਰੀ ਤਰਨਤਾਰਨ ਸਾਹਿਬ ਸ਼ਰਧਾ ਨਾਲ ਚੱਲ ਕੇ ਆਉਂਦਾ ਹੈ, ਸੋ ਲਾਭ ਪ੍ਰਾਪਤ ਕਰਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।